ਵੈਰੀ ਗੁੱਡ ਮਾਰਨਿੰਗ ਸਟੂਡੈਂਟਸ। ਕੱਲ੍ਹ ਮੈਂ ਤੁਹਾਨੂੰ ਮਿਨੀਮਾਈਜ਼ ਔਰ ਮੈਕਸੀਮਾਈਜ਼ ਦਾ ਟੌਪਿਕ ਕਰਵਾਤਾ ਸੀਗਾ। ਸੋ ਸਿਮਰਨ, ਜੇ ਤੁਹਾਨੂੰ ਨਹੀਂ ਵੀ ਸਮਝ ਆਏਗਾ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਲਿਓ। ਨਵਜੋਤ ਨੂੰ ਕੱਲ੍ਹ ਮੈਂ ਕਰਵਾਤਾ ਸੀ। ਐਂਡ ਹੁਣ ਆਪਾਂ ਜਿਹੜੇ ਆਪਣੇ ਵਰਡ ਪ੍ਰੋਬਲਮਸ ਰਹਿ ਗਏ ਸੀ ਉਹਨੂੰ ਆਪਾਂ ਡਿਸਕਸ ਕਰਾਂਗੇ। ਸੋ ਫਸਟ ਵਨ ਇਜ਼ old hens can be bought for ₹2 each and young ones at ₹5 each। ਕਹਿੰਦੇ ਜਿਹੜੇ ਓਲਡ ਹੈਂਡਸ ਨੇ ਉਹਨਾਂ ਨੂੰ ਵੇਚਣਾ ਹੈ ₹2 ਇੱਕ ਦੇ ਹਿਸਾਬ ਨਾਲ, ਠੀਕ ਹੈ। ਐਂਡ ਜਿਹੜੇ ਯੰਗ ਵਨਸ ਨੇ ਉਹਨਾਂ ਨੂੰ ਆਪਾਂ ₹5 ਦੇ ਹਿਸਾਬ ਨਾਲ ਵੇਚਣਾ ਹੈ। ਦ ਓਲਡ ਹੈਂਡਸ ਲੇ 3 eggs ਪਰ ਵੀਕ। ਕਹਿੰਦੇ ਜਿਹੜੇ ਓਲਡ ਹੈਂਡਸ ਨੇ ਉਹ ਹਰ ਹਫਤੇ 3 eggs ਦਿੰਦੇ ਨੇ ਅਤੇ ਜਿਹੜੇ ਯੰਗ ਵਨਸ ਨੇ ਉਹ 5 eggs ਦਿੰਦੇ ਨੇ ਹਰ ਹਫਤੇ, ਠੀਕ ਹੈ। ਈਚ ਐਗ ਬੀਂਗ ਵਰਥ 30 ਪੈਸੇ। ਕਹਿੰਦੇ ਜਿਹੜੀ ਹਰ ਇੱਕ ਐਗ ਦੀ ਜਿਹੜੀ ਕੋਸਟ ਹੈ ਉਹ ਕਿੰਨੀ ਬਣਦੀ ਹੈ ਆਪਣੇ ਕੋਲ 30 ਪੈਸੇ ਬਣਦੀ ਹੈ। ਅ ਹੈਨ ਕੋਸਟ ₹1 ਪਰ ਵੀਕ ਟੂ ਫੀਡ। ਕਹਿੰਦੇ ਇੱਕ ਹੈਨ ਨੂੰ ₹1 ਪਰ ਵੀਕ ਦੇ ਹਿਸਾਬ ਨਾਲ ਖਾਣ ਦੀ ਲੋੜ ਹੈ। ਅ ਮੈਨ ਹੈਜ਼ ਓਨਲੀ ₹80 ਟੂ ਸਪੈਂਡ ਫॉर ਹੈਂਡਸ। ਕਹਿੰਦੇ ਇੱਕ ਬੰਦੇ ਕੋਲ ਸਿਰਫ ਔਰ ਸਿਰਫ ₹80 ਹੀ ਨੇ ਹੈਂਡਸ ਦੇ ਉੱਪਰ ਖਰਚ ਕਰਨ ਲਈ। ਫਾਰਮੂਲੇਟ ਦ ਪ੍ਰੋਬਲਮ ਫॉर ਮੈਕਸੀਮਮ ਪ੍ਰੋਫਿਟ ਪਰ ਵੀਕ। ਹੁਣ ਕਹਿੰਦੇ ਉਸ ਬੰਦੇ ਨੂੰ ਕਿੰਨਾ ਵੱਧ ਤੋਂ ਵੱਧ ਪ੍ਰੋਫਿਟ ਹੋਊਗਾ ਹਰ ਹਫਤੇ, ਉਹ ਆਪਾਂ ਫਾਈਂਡ ਆਊਟ ਕਰਨਾ, ਠੀਕ ਹੈ। ਐਜ਼ਿਊਮ ਕਰ ਲਓ, ਕਹਿੰਦੇ ਹੀ ਕੈਨ ਨੋਟ ਹਾਊਸ ਮੋਰ ਦੈਨ 20 ਹੈਂਡਸ। ਉਹ ਕਹਿੰਦੇ 20 ਹੈਂਡਸ ਤੋਂ ਜ਼ਿਆਦਾ ਨਹੀਂ ਆ ਉਹਦੇ ਕੋਲੇ ਹੈਂਡਸ, ਠੀਕ ਹੈ। ਚਲੋ ਜੀ, ਹੁਣ ਆਪਾਂ ਸੋਲਿਊਸ਼ਨ ਕਰਦੇ ਹਾਂ। ਕਹਿੰਦੇ ਲੈਟ x ਬੀ ਦ ਨੰਬਰ ਆਫ ਓਲਡ ਹੈਂਡਸ ਐਂਡ y ਬੀ ਦ ਨੰਬਰ ਆਫ ਯੰਗ ਹੈਂਡਸ। ਆਪਾਂ x ਨੂੰ ਲੈਟ ਕਰ ਲਿਆ ਵੀ ਓਲਡ ਹੈਂਡਸ ਨੇ ਐਂਡ y ਨੂੰ ਆਪਾਂ ਕੀ ਲੈਟ ਕਰ ਲਿਆ ਨੰਬਰ ਆਫ ਯੰਗ ਹੈਂਡਸ। ਕਲੀਅਰ ਹੈ। ਹੁਣ ਦੇਖੋ ਪ੍ਰੋਫਿਟ ਕੀ ਬਣੂਗਾ ਆਪਣੇ ਕੋਲ। ਜਦੋਂ ਆਪਣੇ ਕੋਲ 3 ਸੀਗੇ, ਦੇਖੋ 3 ਐਗਸ ਲੇ ਕਰ ਰਹੇ ਹੈ, ਠੀਕ ਹੈ। ਤਾਂ 3 ਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕਰਾਂਗੇ ਓਲਡ ਨਾਲ। ਕਲੀਅਰ ਹੈ। ਐਂਡ ਜਦੋਂ ਆਪਣੇ ਕੋਲ 5 ਸੀਗੇ ਤਾਂ 5 ਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕਰਾਂਗੇ ਯੰਗ ਦੇ ਨਾਲ। ਕਲੀਅਰ ਹੈ। ਤਾਂ ਕੀ ਬਣ ਗਿਆ ਆਪਣੇ ਕੋਲ 3x + 5y ਇਨਟੂ। ਹੁਣ ਦੇਖੋ ਇਹ 30/100 ਕਿਵੇਂ ਆਇਆ, ਦੇਖੋ ਕਲੀਅਰ ਹੈ। ਇੱਥੋਂ ਕਲੀਅਰ ਸੀ ਆਪਣੇ ਕੋਲੇ ਕਹਿੰਦੇ ਈਚ ਐਗ ਬੀਂਗ ਵਰਥ ₹30। ਹੁਣ 30 ਪੈਸੇ ਸੀ ਨਾ, ਤਾਂ ਪੈਸੇ ਨੂੰ ਆਪਾਂ ਕੀ 'ਚ ਕਨਵਰਟ ਕਰ ਲਿਆ ਰੁਪੀਜ਼ ਦੇ ਵਿੱਚ, ਠੀਕ ਹੈ। ਤਾਂ 30 ਪੈਸੇ ਸੀ ਆਪਣੇ ਕੋਲ, ਇਹਨੂੰ ਆਪਾਂ ਕੀ 'ਚ ਕਨਵਰਟ ਕਰ ਲਿਆ ਰੁਪੀਜ਼ 'ਚ। ਤਾਂ ਇੱਕ ਪੈਸੇ ਦੇ ਵਿੱਚ ਕਿੰਨੇ 1/100 ਰੁਪੀਜ਼ ਹੁੰਦੇ ਆ, ਤਾਂ 30 ਦੇ ਵਿੱਚ ਕਿੰਨੇ ਹੋਣਗੇ 30/100। ਕਲੀਅਰ ਹੈ। 30/100 ਰੁਪੀਜ਼, ਇਸ ਕਰਕੇ ਇਹ 30/100 ਆ ਗਿਆ ਆਪਣੇ ਕੋਲ। ਅੱਗੇ ਹੈਗਾ ਆਪਣੇ ਕੋਲੇ ਮਾਈਨਸ, ਅੱਗੇ ਕੀ ਸੀ ਆਪਣੇ ਕੋਲ x + y ਕਿਵੇਂ ਆਇਆ, ਦੇਖੋ ਇੱਥੇ ਲਾਈਨ ਲਿਖੀ ਹੋਈ ਹੈ ਅ ਹੈਨ ਕੋਸਟ ₹1 ਪਰ ਵੀਕ ਟੂ ਫੀਡ। ਤਾਂ ਇਸ ਕਰਕੇ ਆਪਣੇ ਕੋਲ ਜਿਹੜੇ ਓਲਡ ਹੈਂਡਸ ਅਤੇ ਯੰਗ ਹੈਂਡਸ ਨੇ ਉਹਨਾਂ ਦਾ ਦੋਨਾਂ ਦਾ ਜਦੋਂ ਆਪਾਂ ਸਮ ਕਰਾਂਗੇ ਦੈਨ ਆਪਾਂ ਜਦੋਂ 1 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਆਹ ਜਿਹੜੀ ਲਾਈਨ ਹੈ ਇਹਦੀ ਇਕੁਏਸ਼ਨ ਕ੍ਰੀਏਟ ਹੋ ਜਾਏਗੀ, ਠੀਕ ਹੈ। ਤਾਂ ਆਪਣੇ ਕੋਲ ਕੀ ਬਣ ਗਿਆ x + y ਇਨਟੂ 1 ਕਿੱਥੋਂ ਆ ਗਿਆ, ਕਿਉਂਕਿ ਪਰ ਵੀਕ ਉਹ ₹1 ਹੀ ਖਰਚ ਕਰ ਪਾ ਰਹੇ ਹੈ, ਠੀਕ ਹੈ। ਇਸ ਕਰਕੇ ਕੀ ਆ ਗਿਆ ਆਪਣੇ ਕੋਲ ਉਰੇ 1। ਕਲੀਅਰ ਹੈ। ਤਾਂ ਇਹਦੀ ਇਕੁਏਸ਼ਨ ਕੀ ਬਣ ਗਈ 3x + 5y ਇੰਟੂ 30/100 ਮਾਈਨਸ x + y ਇੰਟੂ 1। ਕਲੀਅਰ ਹੈ। ਤਾਂ ਹੁਣ 0 ਨਾਲ 0 ਕੈਂਸਲ ਹੋ ਗਿਆ, ਇਹਨੂੰ ਮਲਟੀਪਲਾਈ ਕਰਤਾ ਆਪਾਂ ਨੇ 3 3 9/10x + 5 ਇੰਟੂ 3/10, 5 2 10 ਕੱਟਿਆ ਗਿਆ ਤਾਂ -x ਮਾਈਨਸ ਪਲੱਸ ਮਾਈਨਸ y। ਕਲੀਅਰ ਹੈ। ਤਾਂ 5 2 10 ਕੱਟਿਆ ਗਿਆ 3/2 ਰਹਿ ਗਿਆ। ਤਾਂ ਆਹ ਆਪਣੇ ਕੋਲ ਕੀ ਬਣ ਗਈ ਇਕੁਏਸ਼ਨ ਬਣ ਗਈ ਲਾਸਟ 'ਚ ਪ੍ਰੋਫਿਟ ਦੀ। ਤੋ ਨੈਕਸਟ ਆਪਣੇ ਕੋਲ ਜਦੋਂ LPP ਪ੍ਰੋਬਲਮ ਬਣ ਜਾਏਗੀ ਤਾਂ ਮੈਕਸੀਮਾਈਜ਼ ਦਾ ਆਪਣਾ ਕੀ ਬਣ ਗਿਆ ਆਹ ਚੀਜ਼ ਬਣ ਗਈ ਉੱਪਰ ਵਾਲਾ ਸੇਮ, ਠੀਕ ਹੈ। ਤਾਂ ਇਕੁਏਸ਼ਨਸ ਆਪਣੇ ਕੋਲ ਕੀ ਬਣ ਜਾਣਗੀਆਂ x > 0 ਅਤੇ y > 0 ਤਾਂ ਬਣਨਗੇ ਹੀ ਬਣਨਗੀਆਂ। ਅਤੇ ਆ ਜਿਹੜੀ ਨੈਕਸਟ ਆਪਣੇ ਕੋਲ ਇਕੁਏਸ਼ਨਸ ਨੇ ਉਹ ਆਪਾਂ ਦੇਖ ਲੈਂਦੇ ਕਿੱਥੋਂ ਬਣੀਆਂ। ਦੇਖੋ ਜੀ ਲਾਸਟ 'ਚ ਆਪਣੇ ਕੋਲ ਕੀ ਸੀਗਾ ਕਿ ਅ ਮੈਨ ਹੈਜ਼ ਓਨਲੀ ₹80 ਟੂ ਸਪੈਂਡ ਫॉर ਹੈਂਡਸ। ਹੁਣ ਉਹਦੇ ਕੋਲ ਸਿਰਫ ਔਰ ਸਿਰਫ ਕਿੰਨੇ ਰੁਪੀਜ਼ ਨੇ 80, ਮਤਲਬ ਕਿ 80 ਤੋਂ ਵੱਧ ਵੀ ਨਹੀਂ ਹੈਗੇ, ਠੀਕ ਹੈ। ਤਾਂ ਆਪਾਂ ਕੀ ਲਿਖਾਂਗੇ 80 ਤੋਂ ਘੱਟ ਵੀ ਨਹੀਂ ਹੈਗੇ, ਤਾਂ ਆਪਾਂ ਲੈਸ ਦੈਨ ਔਰ ਇਕੁਅਲ ਟੂ ਦੀ ਇਕੁਏਸ਼ਨ ਆਪਣੇ ਕੋਲ ਬਣੇਗੀ। ਦੇਖੋ ਕੀ ਬਣ ਗਈ 2x + 5y ਲੈਸ ਦੈਨ ਇਕੁਅਲ ਟੂ 80। ਕਲੀਅਰ ਹੈ। 2x + 5y ਕਿਵੇਂ ਆਇਆ, ਦੇਖੋ 2x ਕਿਵੇਂ ਆਇਆ ਸੀਗਾ ਫਸਟ ਲਾਈਨ ਦੇ ਵਿੱਚੋਂ। ਦੇਖੋ ਕੀ ਲਿਖਿਆ ਹੋਇਆ ਸੀ ਆਪਣੇ ਕੋਲ ਓਲਡ ਹੈਂਡਸ ਕੈਨ ਬੀ ਬੋਟ ₹2 ਈਚ ਐਂਡ ਯੰਗ ਵਨਸ ਐਟ ₹5 ਈਚ। ਤਾਂ ਇਸ ਕਰਕੇ 2 ਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕੀਤਾ ਓਲਡ ਨਾਲ ਐਂਡ ਯੰਗ ਨੂੰ ਕਿਹਦੇ ਨਾਲ ਮਲਟੀਪਲਾਈ ਕੀਤਾ 5 ਨਾਲ। ਤਾਂ ਕੀ ਬਣ ਗਿਆ 2x + 5y ਇਜ਼ ਲੈਸ ਦੈਨ ਐਂਡ ਇਕੁਅਲ ਟੂ 80। ਕਲੀਅਰ ਹੈ। ਅਤੇ ਨੈਕਸਟ ਇਕੁਏਸ਼ਨ ਕੀ ਬਣ ਗਈ x + y ਇਜ਼ ਲੈਸ ਦੈਨ ਇਕੁਅਲ ਟੂ 20। x + y ਕੀ ਹੈ x ਇਜ਼ ਦ ਓਲਡ ਵਨ ਐਂਡ y ਇਜ਼ ਦ ਯੰਗ ਵਨ ਇਜ਼ ਲੈਸ ਦੈਨ ਇਕੁਅਲ ਟੂ 20। ਆ ਦੇਖੋ ਆ ਦਿੱਤਾ ਹੋਇਆ ਆਪਣੇ ਕੋਲ, ਕਹਿੰਦੇ ਐਜ਼ਿਊਮ ਕਰਨਾ ਆਪਾਂ ਨੇ ਹੀ ਕੈਨ ਨੋਟ ਹਾਊਸ ਮੋਰ ਦੈਨ 20 ਹੈਂਡਸ, ਮਤਲਬ 20 ਤੋਂ ਜ਼ਿਆਦਾ ਨਹੀਂ ਹੈ, ਘੱਟ ਵੀ ਹੈ ਔਰ ਇਕੁਅਲ ਟੂ ਵੀ ਹੋ ਸਕਦੇ ਨੇ, ਠੀਕ ਹੈ। ਤਾਂ ਆਪਾਂ ਕੀ ਲਿਖਤਾ ਲੈਸ ਦੈਨ ਔਰ ਇਕੁਅਲ ਟੂ 20। ਸੋ ਦਿਸ ਇਜ਼ ਯੋਰ ਕੁਐਸਚਨ, ਠੀਕ ਹੈ। ਇਹ ਸੀ ਤੁਹਾਡੀ ਐਗਜ਼ਾਮਪਲ। ਹੁਣ ਆਪਾਂ ਕਰਦੇ ਹਾਂ ਨੈਕਸਟ ਕੁਐਸਚਨ 12th B ਦਾ ਫਸਟ।
ठीक है। सब तो पहले आप क्वेश्चन रीड कर लिए। देखो जी, क्वेश्चन हैगा अपने कोल, अ डाइटिशियन विशेस टू मिक्स टू टाइप्स ऑफ फूड इन सच अ वे दैट द विटामिन contents of the mixture contains at least 8 units of vitamin A and 10 units of vitamin C। ਕਹਿੰਦੇ ਕੋਈ ਇੱਕ ਡਾਈਟੀਸ਼ੀਅਨ ਹੈ, ਉਹ ਕੀ ਵਿਸ਼ ਕਰਦਾ ਹੈ ਕਿ ਮੈਂ ਦੋ ਤਰ੍ਹਾਂ ਦੇ ਫੂਡ ਨੂੰ ਇਸ ਤਰ੍ਹਾਂ ਨਾਲ ਮਿਕਸ ਕਰਨਾ ਹੈ ਕਿ ਜਿਹੜੇ ਵਿਟਾਮਿਨਸ ਨੇ, ਠੀਕ ਹੈ, ਉਹ 8 ਯੂਨਿਟਸ ਤਾਂ ਵਿਟਾਮਿਨ ਏ ਦੇ ਹੋਣ ਘੱਟੋ ਘੱਟ, ਤੇ ਵਿਟਾਮਿਨ ਸੀ ਦੇ ਕਿੰਨੇ ਹੋਣ ਘੱਟੋ ਘੱਟ 10 ਯੂਨਿਟਸ ਆਪਾਂ ਕੰਟੇਨ ਕਰ ਸਕੀਏ ਉਸ ਮਿਕਸਚਰ ਦੇ ਵਿੱਚ। ਠੀਕ ਹੈ, ਤਾਂ ਫੂਡ 1 ਕੰਟੇਨ 2 ਯੂਨਿਟਸ ਔਰ ਪਰ kg ਆਫ ਵਿਟਾਮਿਨ ਏ। ਕਹਿੰਦੇ ਇੱਕ ਜਿਹੜਾ ਆਪਣੇ ਕੋਲ ਫੂਡ 1 ਹੈ, ਮਤਲਬ ਜਿਹੜਾ ਮਿਕਸਚਰ 1 ਬਣੂਗਾ ਉਹਦੇ ਵਿੱਚ 2 ਯੂਨਿਟ ਤਾਂ ਹੈਗੇ ਨੇ ਵਿਟਾਮਿਨ ਏ ਦੇ, ਐਂਡ ਜਿਹੜਾ 1 ਯੂਨਿਟ ਆ ਉਹ ਹੈਗਾ ਵਿਟਾਮਿਨ ਸੀ ਦਾ। ਠੀਕ ਹੈ, ਵਾਈਲ ਫੂਡ 2 ਜਿਹੜਾ ਆਪਣੇ ਕੋਲ ਸੈਕਿੰਡ ਮਿਕਸਚਰ ਬਣ ਜਾਏਗਾ ਉਹਦਾ ਕੀ ਕੰਟੇਨ ਕਰਦਾ, ਉਹ 1 ਯੂਨਿਟ ਤਾਂ ਵਿਟਾਮਿਨ ਏ ਦਾ ਐਂਡ 2 ਯੂਨਿਟਸ ਕਿਹਦਾ ਕੰਟੇਨ ਕਰਦਾ, ਵਿਟਾਮਿਨ ਸੀ ਦਾ। ਇਟ ਕੋਸਟ ₹50 ਪਰ kg ਟੂ ਪਰਚੇਜ਼ ਫੂਡ 1। ਕਹਿੰਦੇ ਜਦੋਂ ਫੂਡ 1 ਨੂੰ ਪਰਚੇਜ਼ ਕਰਨਾ ਹੈ ਤਾਂ ਉਹ 50 ਰੁਪਏ ਪਰ kg ਦੇ ਹਿਸਾਬ ਨਾਲ ਮਿਲੂਗਾ, ਐਂਡ 70 ਪਰ kg ਟੂ ਪਰਚੇਜ਼ ਫੂਡ ਸੈਕਿੰਡ, ਐਂਡ ਸੈਕਿੰਡ ਜੇ ਆਪਾਂ ਫੂਡ ਪਰਚੇਜ਼ ਕਰਨਾ ਤਾਂ ਉਹ 70 ਰੁਪਏ ਪਰ kg ਦੇ ਹਿਸਾਬ ਨਾਲ ਮਿਲੇਗਾ। ਠੀਕ ਹੈ, ਫਾਰਮੂਲੇਟ ਦ ਪ੍ਰੋਬਲਮ ਫॉर ਮਿਨੀਮਮ ਕੋਸਟ ਆਫ ਸੱਚ ਅ ਮਿਕਸਚਰ। ਕਹਿੰਦੇ ਆਪਾਂ ਘੱਟੋ ਘੱਟ ਇਹਦੀ ਮਿਕਸਚਰ ਦੀ ਜਿਹੜੀ ਕੋਸਟ ਹੈ ਉਹ ਫਾਈਂਡ ਕਰਨੀ ਹੈ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਕੁਐਸਚਨ ਸਮਝ ਆ ਗਿਆ ਹੋਣਾ। ਚਲੋ ਜੀ, ਹੁਣ ਆਪਾਂ ਸੋਲਿਊਸ਼ਨ ਵੱਲ ਵੱਧਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਆਪਾਂ ਲੈਟ ਕਰ ਲਈਏ, ਲੈਟ ਡਾਈਟੀਸ਼ੀਅਨ ਮਿਕਸ x kg ਆਫ ਫੂਡ 1 ਐਂਡ y kg ਆਫ ਫੂਡ 2। ਠੀਕ ਹੈ, ਆਪਾਂ ਫੂਡ 1 ਨੂੰ x ਲੈਟ ਕਰ ਲਿਆ ਐਂਡ ਫੂਡ 2 ਨੂੰ ਕੀ ਲੈਟ ਕਰ ਲਿਆ, y। ਥਸ ਦ LPP ਪ੍ਰੋਬਲਮ ਇਜ਼, ਦੇਖੋ ਹੁਣ ਮਿਨੀਮਾਈਜ਼ ਦੀ ਆਪਣੇ ਕੋਲ ਜਿਹੜੀ ਮਿਨੀਮਾਈਜ਼ ਦਾ ਜਿਹੜਾ ਆਪਣੇ ਕੋਲ ਫਾਰਮੂਲੇਸ਼ਨ ਹੈ ਉਹ ਕੀ ਬਣ ਜਾਏਗੀ, z ਇਜ਼ ਇਕੁਅਲ ਟੂ 50x + 70y। ਦੇਖੋ ਦੁਬਾਰਾ ਕੁਐਸਚਨ ਦੇਖੋ ਜੀ, ਲਾਸਟ ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਸੀਗਾ 50 per kg to purchase food 1, so we have to multiply 50 with x and 70 with y। so question ਆਪਣੇ ਕੋਲ ਇਕੁਏਸ਼ਨ ਕੀ ਬਣ ਜਾਏਗੀ, 50x + 70y। ਠੀਕ ਹੈ, ਤਾਂ ਹੁਣ ਆਪਣੇ ਕੋਲ ਇਕੁਏਸ਼ਨਸ ਕੀ ਬਣ ਗਿਆ, 2x + y is greater than equal to 8। ਦੇਖੋ ਕਿਵੇਂ ਬਣੀ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਸੀਗਾ, 2 ਯੂਨਿਟ ਸੀਗੇ ਤਾਂ ਆਪਾਂ 2 ਨਾਲ ਮਲਟੀਪਲਾਈ ਕਰਤਾ। ਠੀਕ ਹੈ, 2x ਤੇ 1 ਯੂਨਿਟ ਕਿਹਦਾ ਸੀਗਾ, ਵਿਟਾਮਿਨ ਸੀ ਦਾ, ਤਾਂ ਇਸ ਕਰਕੇ 2 ਨੂੰ ਆਪਾਂ ਵਿਟਾਮਿਨ ਏ ਨਾਲ ਦੈਟ ਇਜ਼ x ਨਾਲ ਮਲਟੀਪਲਾਈ ਕੀਤਾ, ਐਂਡ 1 ਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕੀਤਾ, ਫੂਡ 2 ਦੇ ਨਾਲ ਦੈਟ ਇਜ਼ y ਦੇ ਨਾਲ। ਕਲੀਅਰ ਹੈ, ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣ ਗਈ, 2x + y ਗ੍ਰੇਟਰ ਦੈਨ ਇਕੁਅਲ ਟੂ 8। ਕਿਵੇਂ ਆਇਆ, ਦੇਖੋ ਆਪਣੇ ਕੋਲ ਕੀ ਸੀ, ਐਟਲੀਸਟ ਮਤਲਬ ਘੱਟੋ ਘੱਟ। ਠੀਕ ਹੈ, ਤਾਂ ਐਟਲੀਸਟ ਮਤਲਬ ਕਿ ਇੰਨੇ ਹੀ ਹੋਣੇ ਚਾਹੀਦੇ ਨੇ, ਇਸ ਤੋਂ ਘੱਟ ਨਹੀਂ ਹੋਣੇ ਚਾਹੀਦੇ ਹੈਗੇ, ਐਟਲੀਸਟ ਤਾਂ ਇੰਨੇ ਹੋਣ ਹੀ ਹੋਣ। ਤਾਂ 8 ਯੂਨਿਟਸ ਕੀ ਬਣ ਗਏ ਆਪਣੇ ਕੋਲੇ, ਗ੍ਰੇਟਰ ਦੈਨ ਔਰ ਇਕੁਅਲ ਟੂ। ਠੀਕ ਹੈ, ਕਲੀਅਰ ਹੈ। ਨੈਕਸਟ ਹੈ ਆਪਣੇ ਕੋਲ, ਦੇਖੋ ਫੂਡ 2 ਕੰਟੇਨਸ ਕੀ ਕਰ ਰਿਹਾ, 1 ਯੂਨਿਟ ਆਫ ਵਿਟਾਮਿਨ ਏ ਐਂਡ 2 ਯੂਨਿਟਸ ਆਫ ਵਿਟਾਮਿਨ ਸੀ। ਤਾਂ ਆਪਾਂ 1 ਨੂੰ ਕਿਹਦੇ ਨਾਲ ਮਲਟੀਪਲਾਈ ਕਰ ਦਾਂਗੇ, x ਨਾਲ, ਐਂਡ 2 ਨੂੰ ਕਿਹਦੇ ਨਾਲ ਮਲਟੀਪਲਾਈ ਕਰ ਦਾਂਗੇ, y ਨਾਲ। ਤਾਂ x + 2y ਇਜ਼ ਗ੍ਰੇਟਰ ਦੈਨ ਇਕੁਅਲ ਟੂ ਕੀ ਬਣ ਜੂਗਾ, 10, ਕਿਉਂਕਿ 10 ਯੂਨਿਟਸ ਹੀ ਆਪਣੇ ਕੋਲ ਕੀ ਦਿੱਤਾ ਹੋਇਆ, ਫੂਡ 2 ਦਾ। ਕਲੀਅਰ ਹੈ, ਸਮਝ ਆ ਗਿਆ। ਹੁਣ ਆਪਣੇ ਕੋਲ ਲਾਸਟ ਦਾ ਆਪਾਂ ਨੂੰ ਪਤਾ ਹੀ ਹੈ ਕਿ x ਗ੍ਰੇਟਰ ਦੈਨ ਇਕੁਅਲ ਟੂ 0 ਹੋਏਗਾ ਔਰ y ਵੀ ਗ੍ਰੇਟਰ ਦੈਨ ਇਕੁਅਲ ਟੂ 0 ਹੋਏਗਾ। ਆਈ ਹੋਪ ਕਿ ਤੁਹਾਨੂੰ ਇਹ ਤਿੰਨੇ ਇਕੁਏਸ਼ਨਸ ਨੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਹੋਣਗੀਆਂ। ਠੀਕ ਹੈ, ਬਾਕੀ ਤਾਂ ਅੱਗੇ ਤੁਹਾਨੂੰ ਸੋਲਵ ਕਰਨਾ ਆਉਂਦਾ ਹੀ ਹੈ ਕਿ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹੁੰਦੇ ਹਾਂ, ਇਕੁਏਸ਼ਨਸ ਨੂੰ ਚੱਕੀਏ ਐਂਡ ਸੋਲਵ ਕਰਦੇ ਜਾਈਏ। ਮੈਨੇ ਕੀ ਕੀਤਾ, ਐਲੀਮੀਨੇਸ਼ਨ ਮੈਥਡ ਦੇ ਨਾਲ ਸੋਲਵ ਕਰ ਲਿਆ। ਠੀਕ ਹੈ, ਸਭ ਤੋਂ ਪਹਿਲਾਂ ਕੀ ਕੀਤਾ, ਫਸਟ ਇਕੁਏਸ਼ਨ ਨੂੰ 1 ਨਾਲ ਮਲਟੀਪਲਾਈ, ਬਿਕੋਜ਼ ਆਪਣੇ ਕੋਲ x ਦਾ ਕੋਫੀਸ਼ੀਐਂਟ ਕੀ ਹੈ, 1। ਠੀਕ ਹੈ, ਐਂਡ ਸੈਕਿੰਡ ਇਕੁਏਸ਼ਨ ਨੂੰ ਆਪਾਂ 2 ਨਾਲ ਮਲਟੀਪਲਾਈ ਕੀਤਾ, ਬਿਕੋਜ਼ ਆਪਣੇ ਕੋਲ x ਦਾ ਕੋਫੀਸ਼ੀਐਂਟ ਕੀ ਹੈ, 2। ਠੀਕ ਹੈ, ਸੋ ਵੀ ਹੈਵ ਟੂ ਮਲਟੀਪਲਾਈ ਦ ਫਸਟ ਇਕੁਏਸ਼ਨ ਵਿਦ 1 ਐਂਡ ਸੈਕਿੰਡ ਇਕੁਏਸ਼ਨ ਵਿਦ 2। ਕਲੀਅਰ ਹੈ, ਆ ਬਣ ਗਿਆ ਆਪਣੇ ਕੋਲ। ਦੈਨ y ਆਪਣੇ ਕੋਲ 4 ਆ ਗਿਆ, ਐਂਡ y ਦੀ ਵੈਲਿਊ ਜਦੋਂ 4 ਆਈ ਮੈਨੇ 1 'ਚ ਪੁੱਟ ਕੀਤੀ, ਦੈਨ x ਇਕੁਅਲ ਟੂ 2 ਆ ਗਿਆ। ਕਲੀਅਰ ਹੈ, ਫਿਰ ਉਸ ਤੋਂ ਬਾਅਦ ਜਦੋਂ x ਦੀ ਵੈਲਿਊ 0 ਪੁੱਟ ਕੀਤੀ 1 'ਚ, ਠੀਕ ਹੈ, ਤਾਂ ਆਪਣੇ ਕੋਲ ਆਹ ਪੁਆਇੰਟਸ ਬਣ ਗਏ। ਜਦੋਂ y 0 ਪੁੱਟ ਕੀਤਾ ਤਾਂ ਆਪਣੇ ਕੋਲ ਆਹ ਪੁਆਇੰਟਸ ਬਣ ਗਏ। ਠੀਕ ਹੈ, ਐਂਡ ਜਦੋਂ ਸੈਕਿੰਡ ਇਕੁਏਸ਼ਨ ਆਪਣੇ ਕੋਲ ਚੱਕੀ ਮੈਨੇ x + 2y = 10 ਵਾਲੀ, ਤਾਂ ਆਪਣੇ ਕੋਲ x ਦੀ ਵੈਲਿਊ ਜਦੋਂ 0 ਪੁੱਟ ਕੀਤੀ ਤਾਂ ਆਹ ਪੁਆਇੰਟ ਬਣ ਗਏ, ਐਂਡ ਜਦੋਂ y ਦੀ ਵੈਲਿਊ 0 ਪੁੱਟ ਕੀਤੀ ਦੈਨ ਆਪਣੇ ਕੋਲ ਆਹ ਪੁਆਇੰਟਸ ਬਣ ਗਏ। ਠੀਕ ਹੈ, ਚਲੋ ਜੀ, ਹੁਣ ਆਪਣੇ ਕੋਲ ਗ੍ਰਾਫ ਜਿਹੜਾ ਹੈ ਉਹ ਡਰਾ ਹੋ ਗਿਆ। ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਆਪਣਾ ਮੀਟਿੰਗ ਪੁਆਇੰਟ ਸੀ ਉਹ 2 ਤੇ 4 ਬਣਿਆ ਸੀ। ਠੀਕ ਹੈ, ਮੀਟਿੰਗ ਪੁਆਇੰਟ ਆਹ ਪੁਆਇੰਟਸ ਮੈਨੇ ਪਲੋਟ ਕਰਤੇ 0 5 0 8
4 0 ਐਂਡ 10 0, ਠੀਕ ਹੈ। ਜਦੋਂ ਇਹਨਾਂ ਨੂੰ ਪਲੋਟ ਕੀਤਾ ਦੈਨ ਇਹ 2 ਅਤੇ 4 'ਤੇ ਆਟੋਮੈਟਿਕਲੀ ਮੀਟ ਕਰ ਗਏ, ਠੀਕ ਹੈ। ਕਲੀਅਰ ਆ ਇਹ ਚੀਜ਼ ਆ। ਨੈਕਸਟ ਆਪਾਂ ਹੁਣ ਕੋਰਨਰ ਪੁਆਇੰਟਸ ਬਣਾਉਂਦੇ ਹੁੰਦੇ ਹਾਂ, ਤਾਂ ਕੋਰਨਰ ਪੁਆਇੰਟਸ ਆਪਣੇ ਕੋਲ ਕੀ ਬਣ ਗਏ, ਕੋਰਨਰ ਮੀਨਸ ਆ ਕੋਰਨਰ ਵਾਲੇ, ਠੀਕ ਹੈ। ਸਭ ਤੋਂ ਪਹਿਲਾਂ ਫਰਸਟ ਦਿਸ ਇਜ਼ 0 ਐਂਡ 8, ਸੈਕਿੰਡ ਵਨ ਇਜ਼ 2 4, ਥਰਡ ਵਨ ਇਜ਼ 10 0, ਠੀਕ ਹੈ। ਤਾਂ ਕੋਰਨਰ ਪੁਆਇੰਟਸ ਆ ਬਣ ਗਏ। ਤਾਂ ਮੈਨੇ Z ਦੇ ਵਿੱਚ ਵੈਲਿਊਜ਼ ਪੁੱਟ ਕਰਤੀਆਂ, ਠੀਕ ਹੈ। 0 8 ਜਦੋਂ ਪੁੱਟ ਕੀਤਾ 560, 2 4 ਜਦੋਂ ਪੁੱਟ ਕੀਤਾ 380 ਐਂਡ ਜਦੋਂ 10 0 ਪੁੱਟ ਕੀਤਾ ਤਾਂ 500। ਸੋ ਯੂ ਕੈਨ ਸੀ that 380 is the minimum point, ਠੀਕ ਹੈ। ਤਾਂ ਆਪਣੇ ਕੋਲ ਮਿਨੀਮਮ ਆਂਸਰ ਆ ਗਿਆ 380। ਕਲੀਅਰ ਹੈ, ਇਹੀ ਆਪਾਂ ਫਾਈਂਡ ਕਰਨਾ ਸੀ। ਸੋ ਦਿਸ ਇਜ਼ ਆਵਰ ਰਿਕੁਆਇਰਡ ਆਂਸਰ। ਨੈਕਸਟ ਆਪਣੇ ਕੋਲ ਸਿਰਫ 2 ਹੀ ਕੁਐਸਚਨਸ ਰਹਿ ਗਏ, ਠੀਕ ਹੈ। ਇੱਕ ਇਹ ਕੁਐਸਚਨ ਰਹਿ ਗਿਆ, ਸੈਕਿੰਡ ਐਂਡ ਥਰਡ ਕੁਐਸਚਨ ਰਹਿ ਗਿਆ, ਠੀਕ ਹੈ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਜਿਹੜੇ ਤੁਹਾਡੇ ਕੋਲ ਪਿੱਛੇ ਕੁਐਸਚਨਸ ਨੇ ਚੈਪਟਰ ਕੰਪਲੀਟ ਹੋਣ ਤੋਂ ਬਾਅਦ, ਦੇਖੋ ਜੀ ਆਹ ਵਾਲੇ ਕੁਐਸਚਨਸ NCERT ਫਾਈਲ ਵਾਲੇ, ਠੀਕ ਹੈ। ਕੁਐਸਚਨਸ ਫਰੋਮ ਦਾ NCERT ਬੁੱਕ, ਆਹ ਜਿਹੜੇ ਕੁਐਸਚਨਸ ਨੇ ਇਹ ਵੀ ਬਹੁਤ ਇੰਪੋਰਟੈਂਟ ਨੇ। ਇਹਨੂੰ ਜੇ ਤੁਸੀਂ ਗੋ ਥਰੂ ਕਰ ਲਓਗੇ ਤਾਂ ਤੁਹਾਡੇ ਜਿਹੜੇ ਪਿਛਲੇ ਕੁਐਸਚਨਸ ਨੇ ਉਹਨਾਂ ਵਿੱਚ ਪ੍ਰੋਬਲਮਸ ਨਹੀਂ ਆਏਗੀ, ਠੀਕ ਹੈ। ਉਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਇਹ ਹੈਗੇ ਆਪਣੇ ਕੋਲ ਐਕਸਰਸਾਈਜ਼ 12.1 ਦੇ ਰਿਲੇਟਡ ਕੁਐਸਚਨਸ ਨੇ। ਇਹਨਾਂ ਨੂੰ ਵੀ ਤੁਸੀਂ ਇੱਕ ਵਾਰੀ ਦੇਖ ਲਿਓ ਐਂਡ ਯੂ ਕੈਨ ਸੋਲਵ ਯੋਰਸੈਲਫ, ਠੀਕ ਹੈ। ਅਤੇ ਜਿਹੜੇ ਆਪਣੇ ਕੋਲ ਆਹ 12.2 ਦੇ ਵਿੱਚ ਕੁਐਸਚਨਸ ਨੇ, ਦੇਖੋ ਜਿੱਦਾਂ ਮੈਂ ਕੁਐਸਚਨ ਤੁਹਾਨੂੰ ਹੁਣੇ ਕਰਵਾਇਆ ਵੀ ਰੇਸ਼ਮਾ wishes to mix 2 types of food P and Q in such a way that the vitamin contents of mixture can contain at least 8 units of vitamin A and 11 units of vitamin B। ਹੁਣ ਇਹ ਜਿਹੜਾ ਕੁਐਸਚਨ ਹੈ ਕਹਿੰਦੇ ਇਹਦੇ ਵਿੱਚ ਕੀ ਹੈ, ਸੇਮ ਉਹੀ ਵਾਲਾ ਪੈਟਰਨ ਆਏਗਾ, ਠੀਕ ਹੈ, ਜੋ ਮੈਂ ਤੁਹਾਨੂੰ ਹੁਣੇ ਕਰਵਾ ਕੇ ਹਟੀ ਹਾਂ। ਤਾਂ ਇਸ ਕੁਐਸਚਨ ਨੂੰ ਵੀ ਤੁਸੀਂ ਸੋਲਵ ਕਰ ਲਿਓ। ਦੇਖੋ ਨੈਕਸਟ ਕੁਐਸਚਨ ਹੈਗਾ, 1 kind of cake requires 200 gram of flour and 25 gram of fat and another kind of cake requires 100 gram of flour and 50 gram of fat। ਇਹ ਤੁਹਾਨੂੰ ਈਜ਼ੀਲੀ ਕੁਐਸਚਨ ਸਮਝ ਆ ਜਾਣਗੇ, ਠੀਕ ਹੈ। ਤਾਂ ਇਹ ਤੁਸੀਂ ਸੋਲਵ ਕਰ ਲਿਓ। ਦੇਖੋ ਮੈਂ ਸਮਝਾ ਵੀ ਦਿੰਦੀ ਇੱਕ ਵਾਰ ਤੁਹਾਨੂੰ। ਕਹਿੰਦੇ ਇੱਕ ਜਿਹੜਾ ਕੇਕ ਦਾ ਕਾਈਂਡ ਹੈ, ਮਤਲਬ ਇੱਕ ਤਰ੍ਹਾਂ ਦਾ ਜਿਹੜਾ ਕੇਕ ਹੈ ਉਹ 200 ਗ੍ਰਾਮ ਆਫ ਫਲੋਰ ਦਾ ਬਣ ਰਿਹਾ ਐਂਡ 25 ਗ੍ਰਾਮ ਆਫ ਫੈਟ ਬਣ ਰਹੀ ਹੈ। ਐਂਡ ਅਨਦਰ ਕਾਈਂਡ ਆਫ ਇੱਕ ਹੋਰ ਕੇਕ ਹੈ, ਕਹਿੰਦੇ ਉਹਨੂੰ ਕੀ ਚਾਹੀਦਾ, 100 ਗ੍ਰਾਮ ਫਲੋਰ ਚਾਹੀਦਾ ਐਂਡ 50 ਗ੍ਰਾਮ ਫੈਟ ਚਾਹੀਦਾ। ਫਾਈਂਡ ਦਾ ਮੈਕਸੀਮਮ ਨੰਬਰ ਆਫ ਕੇਕਸ ਵਿਚ ਕੈਨ ਬੀ ਮੇਡ ਫਰੋਮ 5 ਗ੍ਰਾਮ ਆਫ ਫਲੋਰ। ਕਹਿੰਦੇ ਆਪਾਂ ਹੁਣ ਮੈਕਸੀਮਮ ਨੰਬਰ ਆਫ ਕੇਕਸ ਫਾਈਂਡ ਕਰਨੇ ਹੈ, ਠੀਕ ਹੈ, ਜਿਹੜਾ ਕਿ 5 ਕਿਲੋਗ੍ਰਾਮ ਆਟੇ ਤੋਂ ਬਣਿਆ ਹੋਊਗਾ ਅਤੇ 1 ਕਿਲੋਗ੍ਰਾਮ ਫੈਟ ਤੋਂ ਬਣਿਆ ਹੋਊਗਾ, ਠੀਕ ਹੈ। ਐਜ਼ਿਊਮ ਕਰ ਲਓ that there is no shortage of other ingredients used in making the cakes, ਵੀ ਕੋਈ ਵੀ ਸ਼ੋਰਟੇਜ ਨਹੀਂ ਹੈਗੀ ਉਰੇ ਕਿਸੇ ਵੀ ਤਰ੍ਹਾਂ ਦੇ ਇੰਗਰੀਡੀਐਂਟਸ ਨੂੰ ਯੂਜ਼ ਕਰਨ ਦੇ ਲਈ, ਠੀਕ ਹੈ, ਜਦੋਂ ਆਪਾਂ ਕੇਕਸ ਨੂੰ ਬਣਾ ਰਹੇ ਹਾਂ। ਤਾਂ ਇਹ ਜਿਹੜਾ ਕੁਐਸਚਨ ਹੈ ਨਾ, ਇੱਕ ਐਕਸਰਸਾਈਜ਼ 12C ਦਾ ਵੈਸੇ, ਜੇ ਤੁਸੀਂ ਕਰ ਸਕਦੇ ਹੋ ਤਾਂ ਕਰਿਓ, ਨਹੀਂ ਅਦਰਵਾਈਜ਼ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ, ਠੀਕ ਹੈ। ਵੈਸੇ ਇਹ 12C ਦਾ ਹਲੇ ਆਪਾਂ ਸਟਾਰਟਿੰਗ ਕੀਤੀ ਇਹ, ਠੀਕ ਹੈ ਜੀ। ਅਤੇ ਬਾਕੀ ਦੇ ਕੁਐਸਚਨਸ ਵੀ ਤੁਸੀਂ ਜ਼ਰੂਰ ਟਰਾਈ ਕਰਿਓ। ਆਪਣੇ ਜਿਹੜੇ ਕੋਰਨਰ ਪੁਆਇੰਟਸ ਵਾਲੇ ਨੇ, ਮੈਕਸੀਮਮ ਵਾਲੇ ਨੇ, ਠੀਕ ਹੈ। ਅਤੇ ਇੱਕ ਤਾਂ ਮੈਂ ਤੁਹਾਨੂੰ ਮਿਨੀਮਮ ਵਾਲਾ ਵੀ ਐਗਜ਼ਾਮਪਲ ਦੇ ਥਰੂ ਸਮਝਾ ਦਿੰਦੀ ਹਾਂ। ਦੇਖੋ ਜੀ, ਜਿਹੜਾ ਆਪਣੇ ਕੋਲ ਕੁਐਸਚਨ ਨੰਬਰ 4 ਹੈ, ਐਗਜ਼ਾਮਪਲ ਨੰਬਰ 4, ਇਹਦੇ 'ਚ ਕੀ ਕਹਿੰਦੇ, ਡਿਟਰਮਿਨ ਗ੍ਰਾਫਿਕਲੀ ਦ ਮਿਨੀਮਮ ਵੈਲਿਊ ਆਫ ਦ ਆਬਜੈਕਟਿਵ ਫੰਕਸ਼ਨ। ਦੇਖੋ ਆਪਣੇ ਕੋਲ ਇਹਦੇ ਵਿੱਚ ਕੀ, ਆਪਣੇ ਕੋਲ ਜਿਹੜਾ ਮਿਨੀਮਮ ਵੈਲਿਊ ਦਿੱਤੀ ਹੋਈ ਹੈ Z ਇਜ਼ ਇਕੁਅਲ ਟੂ -50x + 20y, ਠੀਕ ਹੈ। ਇਹ ਆਪਣੇ ਕੋਲ ਇਕੁਏਸ਼ਨ ਹੈ। ਜਿਹੜੇ ਕੰਸਟ੍ਰੇਂਟਸ ਨੇ ਉਹ ਕੀ ਦਿੱਤੇ ਹੋਏ ਨੇ, 2x - y ਇਜ਼ ਗ੍ਰੇਟਰ ਦੈਨ ਇਕੁਅਲ ਟੂ -5, 3x + y ਗ੍ਰੇਟਰ ਦੈਨ ਇਕੁਅਲ ਟੂ 3, 2x - 3y ਇਜ਼ ਲੈਸ ਦੈਨ ਇਕੁਅਲ ਟੂ 12 ਐਂਡ xy ਇਜ਼ ਗ੍ਰੇਟਰ ਦੈਨ ਇਕੁਅਲ ਟੂ 0। ਤਾਂ ਇਹ ਤੁਹਾਡੇ ਕੋਲ ਕੰਸਟ੍ਰੇਂਟਸ ਦਿੱਤੇ ਹੋਏ ਨੇ, ਇਹਨਾਂ ਨੂੰ ਤੁਸੀਂ ਸੋਲਵ ਕਰਨਾ 1 by 1, ਠੀਕ ਹੈ। ਦੈਨ ਜਦੋਂ ਤੁਸੀਂ ਗ੍ਰਾਫ ਬਣਾਓਗੇ ਤਾਂ ਇਸ ਤਰ੍ਹਾਂ ਦਾ ਗ੍ਰਾਫ ਬਣੇਗਾ, ਠੀਕ ਹੈ। ਆਹ ਜਿਹੜੀ ਲਾਈਨ ਹੈ 2x - y ਇਜ਼ ਇਕੁਅਲ ਟੂ -5 ਦੀ ਹੈ, 3x + y ਇਜ਼ ਇਕੁਅਲ ਟੂ 3 ਐਂਡ 2x - 3y ਇਜ਼ ਇਕੁਅਲ ਟੂ 12। ਮਤਲਬ ਆਹ ਜਿਹੜੀ ਤੁਹਾਡੀਆਂ ਤਿੰਨੇ ਇਕੁਏਸ਼ਨਸ ਨੇ, ਇਹਨਾਂ ਤਿੰਨਾਂ ਦਾ ਇਹ ਗ੍ਰਾਫ ਡਰੋ ਹੋ ਗਿਆ, ਠੀਕ ਹੈ। ਜਿਹੜੀ ਆਪਣੇ ਕੋਲ ਆਹ ਇਕੁਏਸ਼ਨ ਹੈ, ਦੇਖੋ ਇਹ ਕਿਵੇਂ ਬਣੀ, ਸਮਝ ਲਓ ਇੱਕ ਵਾਰ ਧਿਆਨ ਨਾਲ। ਦੇਖੋ ਜੀ, -5x + 2y ਇਜ਼ ਇਕੁਅਲ ਟੂ -30, ਇਹ ਕਿਵੇਂ ਬਣਿਆ, ਆਹ ਇਸ ਇਕੁਏਸ਼ਨ ਤੋਂ ਬਣਿਆ। ਇਸ ਇਕੁਏਸ਼ਨ ਤੋਂ ਕਿਵੇਂ, ਜਦੋਂ ਤੁਸੀਂ ਇਸ ਨੂੰ ਸੋਲਵ ਕੀਤਾ ਤਾਂ ਤੁਹਾਡੇ ਕੋਲ Z ਦੀ ਵੈਲਿਊ ਆ ਗਈ, ਤੁਹਾਡੇ ਕੋਲ ਕੀ ਆ ਗਈ, Z ਦੀ ਵੈਲਿਊ ਆ ਗਈ। ਦੇਖੋ ਕਿਵੇਂ ਆਈ Z ਦੀ ਵੈਲਿਊ, ਆਹ 300, ਆ ਜਿਹੜਾ -300 ਹੈ ਨਾ, ਇਹ ਤੁਹਾਡਾ ਕੀ ਹੈ, Z ਦੀ ਵੈਲਿਊ ਆ ਗਈ, ਠੀਕ ਹੈ। ਜਦੋਂ ਹੁਣ ਤੁਸੀਂ ਇਹਨੂੰ Z ਦੀ ਥਾਂ 'ਤੇ ਰੱਖੋਗੇ, ਠੀਕ ਹੈ, ਤਾਂ 1 0 0 ਹੈ ਜਿਹੜਾ ਉਹ ਕੈਂਸਲ ਹੋ ਜਾਏਗਾ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਲਿਖ ਕੇ ਦਿਖਾ ਦਿੰਦੀ ਹਾਂ,
-300 इज़ इक्वल टू -50 x प्लस 20y। ठीक है, ਹੁਣ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ 1 0 ਤਾਂ ਕੈਂਸਲ ਹੀ ਹੋਗੀ ਨਾ ਸਭ ਦੇ ਵਿੱਚੋਂ, ਮਤਲਬ ਕਾਮਨ ਆ ਕੇ, ਤਾਂ ਕੀ ਰਹਿ ਗਿਆ -30 ਇਜ਼ ਇਕੁਅਲ ਟੂ -5x ਪਲਸ 2y। ਕਲੀਅਰ ਹੈ। ਤਾਂ ਇਹੀ ਚੀਜ਼ ਆਪਣੇ ਕੋਲ ਉਰੇ ਬਣੀ ਹੋਈ ਹੈ। ਕੀ ਬਣਿਆ ਹੋਇਆ -5x ਪਲਸ 2y ਇਜ਼ ਇਕੁਅਲ ਟੂ -30। ਕਲੀਅਰ ਹੈ। ਆਈ ਹੋਪ ਕਿ ਤੁਹਾਨੂੰ ਸਾਰੇ ਕੁਐਸਚਨਸ ਸਮਝ ਆ ਗਏ ਹੋਣਗੇ। ਠੀਕ ਹੈ, ਅਤੇ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ, ਜਿਹੜੇ ਮੈਂ ਕੁਐਸਚਨਸ ਕਰਵਾਏ ਆ ਉਹ ਵੀ ਲਿਖ ਕੇ ਆਪਣੇ ਆਪ ਸੋਲਵ ਕਰਿਓ, ਐਂਡ ਨਿਊ ਕੁਐਸਚਨਸ ਵੀ ਆਪ ਟਰਾਈ ਕਰਿਓ। ਜੇ ਨਹੀਂ ਸਮਝ ਆਇਆ ਦੈਨ ਯੂ ਵਿਲ ਮੈਸੇਜ ਮੀ ਔਰ ਕੌਂਟੈਕਟ ਵਿਦ ਮੀ। ਠੀਕ ਹੈ, ਥੈਂਕ ਯੂ ਸੋ ਮਚ ਗਾਈਜ਼, ਸਟੇ ਹੋਮ, ਸਟੇ ਸੇਫ।